पंजाब सरकार मुर्दाबाद 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 पंजाब सरकार मुर्दाबाद 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 करो स्यापा हाय 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 मैनू नहीं सुनिया हाय 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 दब के पिटो हाय हाय पंजाब सरकार मुर्दाबाद 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 पंजाब सरकार मुर्दाबाद 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 साडा एक जिंदाबाद पंजाब सरकार मुर्दाबाद 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 पीपा सरकार मुर्दाबाद वजह कारण ਅਸੀਂ ਸੜਕਾਂ ਦੇ ਉੱਤੇ ਉਤਰੇ ਹੋਏ ਆ। ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਹੈਗੇ ਨੇ, ਪਰ ਉਹਨਾਂ ਤੋਂ ਅਜੇ ਵੀ ਲੋਕਾਂ ਤੋਂ ਜਿਹੜੀਆਂ ਉਮੀਦਾਂ ਸੀ ਉਹ ਉਮੀਦਾਂ ਟੁੱਟਦੀਆਂ ਨਜ਼ਰ ਆ ਰਹੀਆਂ ਨੇ। ਅੱਜ ਬਰੇਟਾ ਮੰਡੀ ਦੇ ਬੱਸ ਸਟੈਂਡ ਵਿੱਚ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਧਰਨਾ ਦਿੱਤਾ ਗਿਆ। ਉਹਨਾਂ ਨੇ ਕੀ ਮੰਗਾਂ ਨੇ, ਉਹਨਾਂ ਨੇ ਕੀ ਡਿਮਾਂਡਸ ਨੇ, ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਰਨਜੀਤ ਤੁਹਾਡਾ ਕੀ ਨਾਮ ਹੈ ਜੀ? ਕਿਰਨਜੀਤ ਕੌਰ, ਆਪਣੇ ਬਲਾਕ ਵਰਾੜਾ ਦੀ ਪ੍ਰਧਾਨ ਹੈਗੀ ਜੀ, ਆਸ਼ਾ ਵਰਕਰ। ਤੇ ਸਾਡੀਆਂ ਜਾਇਜ਼ ਜੀ ਮੰਗਾਂ ਨੇਗੀਆਂ ਕਿ ਅਸੀਂ ਇੱਕ ਸਰਕਾਰ ਤੋਂ ਮੰਗਦੇ ਸੀ ਸਾਡੀ ਜਿਹੜੀ ਹਾਜ਼ਰੀ ਆ ਉਹ ਯਕੀਨੀ ਬਣਾਈ ਜਾਵੇ ਤੇ ਸਾਡਾ ਜਿਹੜਾ ਹਰਿਆਣਾ ਪੈਟਰਨ 5ਵਾਂ ਮਾਣਪੱਤਾ ਸਾਨੂੰ ਉਹ ਜਲਦ ਲਾਗੂ ਕੀਤਾ ਜਾਵੇ। ਤੇ ਜੇ ਸਰਕਾਰ ਇਹ ਦੋ ਮੰਗਾਂ ਜਾਇਜ਼ ਨਹੀਂ ਪੂਰੀਆਂ ਕਰ ਸਕਦੀ ਹੈਗੀ ਤਾਂ ਸਰਕਾਰ ਦੇ ਹੋਰ ਅਸੀਂ ਕੀ ਉਮੀਦ ਕਰ ਸਕਦੇ, ਹੋਰ ਕੀ ਕਰ ਸਕਦੇ ਆ। ਤੇ ਦੂਜਾ, ਇਹਨਾਂ ਨੇ ਜਦੋਂ ਆਪਣੀ ਭਰਤੀ ਕੱਢੀ ਸੀਗੀ ਤਾਂ ਵਾਰਡ ਅਟੈਂਡੈਂਟ ਦੀ ਸਾਡੇ ਨਾਲ 10 ਨੰਬਰ ਰੱਖੇ ਸੀਗੇ ਵੀ ਜਿਹੜਾ ਆਸ਼ਾ ਵਰਕਰ ਨੂੰ ਉਹਦੇ ਵਿੱਚ ਕੋਟਾ ਦਿੱਤਾ ਜਾਵੇਗਾ, ਤੇ ਹਜੇ ਤੱਕ ਸਾਨੂੰ ਉਹ ਕੋਈ ਉਮੀਦ ਨਜ਼ਰ ਆਉਂਦੀ ਨਹੀਂ ਦਿਖਦੀ ਹੈਗੀ। ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹੈਗੇ ਵੀ ਸਾਡਾ ਜੋ ਆਸ਼ਾ ਵਰਕਰ ਦਾ ਕੋਟਾ ਹੈਗਾ ਸਾਨੂੰ ਉਹ ਦਿੱਤਾ ਜਾਵੇ ਤੇ ਸਾਡੇ ਜਿਹੜੇ 10 ਨੰਬਰ ਆ ਉਹ ਲਾ ਕੇ ਸਾਡੀਆਂ ਭੈਣਾਂ ਨੂੰ ਉਹਦੇ ਵਿੱਚ ਐਡਜਸਟ ਕੀਤਾ ਜਾਵੇ। ਔਰ ਸਾਡਾ ਨੋਟੀਫਿਕੇਸ਼ਨ ਆ ਜਿਹੜਾ ਕੱਲ੍ਹ ਨੂੰ ਸਾਨੂੰ ਉਮੀਦ ਹੈ ਵੀ ਸ਼ਾਮ ਨੂੰ 4 ਵਜੇ ਤੱਕ ਆ ਜਿਹੜਾ ਨੋਟੀਫਿਕੇਸ਼ਨ ਲਾਗੂ ਹੋ ਜਾਏਗਾ ਹਰਿਆਣਾ ਪੈਟਰਨ ਦਾ, ਵੀ ਅਸੀਂ ਉਮੀਦ ਕਰਦੇ ਹਾਂ ਵੀ ਸਾਡਾ ਕੀਤਾ ਜਾਵੇ। ਤੇ ਅਗਰ ਜੇ ਨਹੀਂ ਕਰ ਸਕਦੀ ਸਰਕਾਰ ਤਾਂ ਅਸੀਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਜਿਹੜਾ ਹੋਰ ਤਿੱਖਾ ਕਰਾਂਗੇ ਵੀ ਸਰਕਾਰ ਸਾਨੂੰ ਮਜਬੂਰ ਨਾ ਕਰੇ, ਸਾਨੂੰ ਹੋਰ ਨਾ ਪਰਖੇ, ਜਿਹੜਾ ਸਾਡਾ ਸਾਵਰਾ ਹੈਗਾ ਹੋਰ ਨਾ ਟੁੱਟੇ, ਵੀ ਸਾਡਾ ਜਿਹੜੀ ਮੰਗ ਹੈਗੀ ਉਹ ਜਲਦੀ ਪੂਰੀ ਕਰੇ। ਸੀਐਮ ਸਾਹਿਬ ਆਏ ਸੀ ਮਾਨਸਾ ਰੈਲੀ ਦੇ ਵਿੱਚ ਤੇ ਸਾਡੇ ਨਾਲ ਉਹਨਾਂ ਨੇ ਉੱਥੇ ਵੀ ਵਾਅਦਾ ਕੀਤਾ ਸੀ ਤੁਹਾਡੀਆਂ ਮੰਗਾਂ ਨੇ ਜਿਹੜੀਆਂ ਜਲਦੀ 2-4 ਦਿਨਾਂ ਦੇ ਵਿੱਚ ਪੂਰੀਆਂ ਕੀਤੀਆਂ ਜਾਣਗੀਆਂ, ਵੀ ਜੇ ਉਹ ਵਾਅਦਾ ਕਰਕੇ ਗਏ ਨੇ ਉਹ ਪੂਰਾ ਕਰਨ ਤੇ ਸਾਰੇ ਬਾਰ-ਬਾਰ ਵਾਅਦੇ ਕਰਕੇ ਮੁੱਕਰਨ ਤੇ ਸਾਡਾ ਜਲਦੀ ਸਰਕਾਰ ਵਾਅਦਾ ਜਿਹੜਾ ਉਹ ਪੂਰਾ ਕਰੇ ਜੀ। ਜਿਹੜੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਜੀ ਨੇ, ਉਹਨਾਂ ਨਾਲ ਤੁਹਾਡੀ ਮੀਟਿੰਗ ਹੋਈ ਸੀ, ਉਸ ਮੀਟਿੰਗ ਦੇ ਜੋ ਕੀ ਨਿਕਲ ਕੇ ਆਇਆ ਸੀ? ਉਸ ਮੀਟਿੰਗ ਦੇ ਵਿੱਚ ਸਾਡੀਆਂ ਬਾਰ-ਬਾਰ ਮੀਟਿੰਗਾਂ ਹੁੰਦੀਆਂ ਰਹੀਆਂ ਸੂਬਾ ਪ੍ਰਧਾਨ ਨਾਲ, ਤੇ ਉਹਨਾਂ ਨੇ ਸਾਨੂੰ ਇੱਕ 2500 ਰੁਪਏ ਜਿਹੜਾ ਕਰੋਨਾ ਵੇਚ ਦਿੱਤਾ ਗਿਆ ਸੀਗਾ ਉਹ ਉਹਨਾਂ ਨੇ ਮਨਜ਼ੂਰ ਕੀਤਾ ਸੀਗਾ ਵੀ ਅਸੀਂ ਉਹਦਾ ਨੋਟੀਫਿਕੇਸ਼ਨ ਆ ਜਿਹੜਾ ਉਹ ਜਲਦੀ ਪੂਰਾ ਲਾਗੂ ਕਰ ਦਾਂਗੇ। ਸਰ ਉਹ ਵੀ ਸਾਡਾ ਜਿਹੜਾ 2500 ਦਾ ਨੋਟੀਫਿਕੇਸ਼ਨ ਆ ਉਹ ਵਿੱਚੇ ਦਮਕਦਾ ਪਿਆ ਹੈਗਾ, ਉਹ ਵੀ ਸਾਡਾ ਨਹੀਂ ਪੂਰਾ ਕੀਤਾ ਗਿਆ। ਸਾਨੂੰ ਨਹੀਂ ਪਤਾ ਉਹ ਸਿੱਧੂ ਸਾਹਿਬ ਸਾਡੀ ਫੈਡ ਕਿੱਥੇ ਜੇ ਰੱਖ ਕੇ ਜਿਹੜੀ ਕਿਸੇ ਨੇ ਉਹ ਦੁਬਾਰਾ ਚੱਕੀ ਹੈ ਨਹੀਂ ਗੀ, ਵੀ ਉਹ ਵੀ ਜਿਹੜਾ 2500 ਦਾ ਨੋਟੀਫਿਕੇਸ਼ਨ ਆ ਸਾਡਾ ਉਹ ਵੀ ਜਲਦੀ ਲਾਗੂ ਕਰਨ ਤੇ ਸਾਡੀਆਂ ਮੰਗਾਂ ਨੇ ਜਿਹੜੀਆਂ ਉਹ ਪੂਰੀਆਂ ਕਰਨ। ਮੇਰੇ ਨਾਲ ਫੈਸਿਲੀਟੇਟਰ ਯੂਨੀਅਨ ਦੇ ਆਗੂ ਨੇ, ਕੀ ਨਾਮ ਹੈ ਤੁਹਾਡਾ ਜੀ? ਗੀਤਾ ਰਾਣੀ। ਗੀਤਾ ਰਾਣੀ ਜੀ, ਤੁਹਾਡੀ ਕੀ ਮੰਗ ਹੈ? ਸਾਡੀ ਵੀ ਇਹੀ ਮੰਗਾਂ ਨੇਗੀਆਂ, ਹਰਿਆਣਾ ਪੈਟਰਨ ਦੀ ਮੰਗ ਹੈਗੀ, ਕਿਉਂਕਿ ਹਰਿਆਣਾ ਪੈਟਰਨ ਦੇ ਵਿੱਚ ਵੀ ਸੁਪਰਵਾਈਜ਼ਰ ਜਿਹੜੇ ਆਸ਼ਾ ਫੈਸਿਲੀਟੇਟਰ ਨੇਗੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਜਾ ਰਿਹਾ ਹੈਗਾ। ਜਿਵੇਂ ਹੁਣ ਮੰਨ ਲਓ ਸਾਡੇ ਕੋਲੇ 10-10 12-12 ਪਿੰਡ ਨੇਗੇ, 10-10 12-12 ਪਿੰਡਾਂ ਦੇ ਵਿੱਚ ਸਾਨੂੰ TADA ਹੀ ਮਿਲ ਰਿਹਾ ਹੈਗਾ, ਸਾਡੀ ਕੋਈ ਤਨਖਾਹ ਨਹੀਂ ਮਿਲਦੀ ਹੈਗੀ ਸਾਨੂੰ। ਇਸ ਕਰਕੇ TADA ਦੇ ਨਾਲ ਸਾਨੂੰ ਤਨਖਾਹ ਵੀ ਦਿੱਤੀ ਜਾਵੇ ਤੇ ਸਾਰਾ ਹਰਿਆਣਾ ਪੈਟਰਨ ਹੀ ਸਾਨੂੰ ਲਾਗੂ ਕੀਤਾ ਜਾਵੇ। ਸਾਡੀ ਆਸ਼ਾ ਵਰਕਰ ਭੈਣਾਂ ਸਾਡੇ ਕੰਧੇ ਦੇ ਨਾਲ ਮੋਢਾ ਲਾ ਕੇ ਸਾਡੇ ਨਾਲ ਚੱਲ ਰਹੀਆਂ ਨੇਗੇ, ਅਸੀਂ ਵੀ ਉਹਨਾਂ ਦਾ ਸਾਥ ਦੇ ਰਹੇ ਹਾਂਗੇ। ਜਿੱਥੇ ਵੀ ਕਿਤੇ ਧਰਨਾ ਮੁਜ਼ਾਹਰਾ ਹੁੰਦਾ ਅਸੀਂ ਨਾਲ ਚੱਲ ਰਹੇ ਹਾਂਗੇ। ਚੰਨੀ ਸਾਹਿਬ ਨੂੰ ਸਾਡੀ ਇਹੀ ਮੰਗ ਹੈਗੀ ਵੀ ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰ ਦਾ ਹੈਗਾ ਜਿਹੜਾ ਹਰਿਆਣਾ ਪੈਟਰਨ ਲਾਗੂ ਕੀਤਾ ਜਾਵੇ। ਜੀ ਅਸੀਂ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਭੈਣਾਂ ਨੂੰ ਦੇਖਿਆ ਹੈਗਾ ਕਰਫਿਊ ਦੌਰਾਨ, ਲੋਕਡਾਊਨ ਦੇ ਦੌਰਾਨ, ਜਦੋਂ ਮੇਰੀਆਂ ਭੈਣਾਂ ਜਾਨੀ ਕਿ ਆਪਣੇ ਨਿੱਕੇ ਬੱਚੇ ਛੱਡ ਕੇ ਸਾਡੀ ਆਮ ਜਨਤਾ ਨੂੰ ਉਸ ਕਰੋਨਾ ਕਾਲ 'ਚ ਚੱਲਦੇ ਹੋਏ ਕਰੋਨਾ ਤੋਂ ਬਚਾਉਣ ਦੇ ਲਈ ਆਪਣੀ ਕੀਮਤੀ ਜਾਨ ਦੀ ਬਾਜੀ ਲਾ ਕੇ ਇਹ ਹਰ ਇੱਕ ਘਰ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਨੀ ਕਿ ਉਹ ਸਾਰੇ ਟਿਪਸ ਦੱਸ ਰਹੀਆਂ ਸੀਗੀਆਂ ਜਿਨ੍ਹਾਂ ਨੂੰ ਲੈ ਕੇ ਕਰੋਨਾ ਤੋਂ ਬਚਿਆ ਜਾ ਸਕਦਾ ਸੀਗਾ। ਪਰ ਜਦੋਂ ਦੇਖਿਆ ਹੈਗਾ, ਜਦੋਂ ਇਹਨਾਂ ਨਾਲ ਲੱਗ ਕੇ ਅਸੀਂ ਕੰਮਕਾਰ ਕਰਵਾਇਆ ਉਹਨਾਂ ਟਾਈਮਾਂ ਦੇ ਵਿੱਚ, ਉਦੋਂ ਇਹਨਾਂ ਦੀ ਜਾਨੀ ਕਿ ਐਜ ਏ ਤਰੀਫ ਬਣਦਾ ਤਾਂ ਸਰਕਾਰ ਦਾ ਇਹ ਸੀ ਵੀ ਇਹਨਾਂ ਨੂੰ ਸਨਮਾਨਿਤ ਕਰਦੀ, ਪਰ ਜਦੋਂ ਦੇਖਿਆ ਇਹਨਾਂ ਦੇ ਨਾਲ ਜਾ ਕੇ ਦੇਖਿਆਗਾ ਵੀ ਇਹਨਾਂ ਨੂੰ ਤਾਂ ਮਾਣ ਪੱਤਾ ਜਿਹੜਾ ਹੈਗਾ 1200 ਤੋਂ 1500 ਰੁਪਏ ਇਹਨਾਂ ਨੂੰ ਕਮਿਸ਼ਨ ਦੇ ਤਹਿਤ ਦਿੱਤਾ ਜਾ ਰਿਹਾ। ਇਸ ਮਹਿੰਗਾਈ ਦੇ ਯੁੱਗ ਵਿੱਚ 1200-1500 ਰੁਪਏ ਨਾਲ ਗੁਜ਼ਾਰਾ ਕਰਨਾ ਬੜਾ ਮੁਸ਼ਕਿਲ ਹੈਗਾ। ਹੁਣ ਜਦੋਂ ਅਸੀਂ
ਹਰਿਆਣਾ ਪੈਟਰਨ ਦੀ ਗੱਲ ਕਰਦੀਆਂ ਨੇ ਮੇਰੀਆਂ ਭੈਣਾਂ। ਹਰਿਆਣਾ ਪੈਟਰਨ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਵੀ RSS ਦੀ ਸਰਕਾਰ ਆ, ਬੰਦੇ ਖਾਣੀ ਸਰਕਾਰ ਹੈ, ਪਰ ਉਹ ਵੀ ਜਾਣੀ ਕਿ ਸੀਗਾ ਅੱਜ 6000 ਰੁਪਏ ਜਿਹੜਾ ਉੱਥੋਂ ਦੀ ਆਸ਼ਾ ਵਰਕਰਾਂ ਨੂੰ ਦੇ ਰਹੀ ਆ। ਪਰ ਜਿਹੜੀ ਸਾਡੀ ਪੰਜਾਬ ਦੀ ਪੰਜਾਬੀ ਸਰਕਾਰ ਹੈ ਹਨਾ, ਯੋਧੇ ਜਿਹਨੂੰ ਅਸੀਂ ਮੰਨਿਆਗਾ ਵੀ ਸੀਗਾ ਆਉਣ ਵਾਲੇ ਸਮੇਂ ਦੇ ਵਿੱਚ ਜਾਣੀ ਕਿ ਪੰਜਾਬੀ ਹਰ ਜ਼ੁਲਮ ਨਾਲ ਟੱਕਰ ਲੈਣ ਲਈ ਖੜੇ ਹੈਗੇ, ਪਰ ਸਾਡੇ ਪੰਜਾਬੀ ਹੀ ਸਾਡੀਆਂ ਧੀਆਂ ਨੂੰ, ਸਾਡੀਆਂ ਭੈਣਾਂ ਨੂੰ ਚਰਨਜੀਤ ਚੰਨੀ ਦੀ ਅਗਵਾਈ ਦੇ ਵਿੱਚ ਇੱਥੋਂ ਦਾ ਸਿਹਤ ਮੰਤਰੀ ਜਿਹੜਾ ਕਿ ਇਹਨਾਂ ਦੀਆਂ ਮੰਗਾਂ ਮੰਨ ਚੁੱਕਿਆ ਹੈਗਾ, ਸਿਰਫ ਨੋਟੀਫਿਕੇਸ਼ਨ ਹੈ ਜਿਹੜਾ ਉਹ ਜਾਰੀ ਨਹੀਂ ਕਰ ਰਿਹਾ ਹੈਗਾ। ਅਸੀਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਵੱਲੋਂ ਆਸ ਵੀ ਕਰਦੇ ਹੈਗੇ ਕਿ ਜਲਦੀ ਜਿਹੜਾ ਇਹਨਾਂ ਦਾ ਨੋਟੀਫਿਕੇਸ਼ਨ ਹੈ ਉਹ ਜਾਰੀ ਕੀਤਾ ਜਾਵੇ। ਜੇਕਰ ਸਰਕਾਰ ਇਹਨਾਂ ਦਾ ਨੋਟੀਫਿਕੇਸ਼ਨ ਨਹੀਂ ਜਾਰੀ ਕਰਦੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਨੂੰ ਇਹਦਾ ਹਰਜਾਨਾ ਜਿਹੜਾ ਹੈਗਾ ਵੋਟ ਬੈਂਕ ਨੂੰ ਲੈ ਕੇ ਬਹੁਤ ਭਾਰੀ ਭੁਗਤਣਾ ਪਵੇਗਾ। ਸਾਡਾ ਜੀ ਨਹੀਂ ਕਰਦਾ, ਲੱਗਦਾ ਟੱਪਦੇ ਵੀਰਾਂ ਨੂੰ ਵੀ ਲੱਗਦਾ ਹੋਊਗਾ ਵੀ ਇਹਨਾਂ ਨੂੰ ਤਾਂ ਆਹੀ ਕੰਮ ਰਹਿ ਗਿਆ। ਤੀਜੇ ਕੁ ਦਿਨ ਆ ਕੇ ਸੜਕ ਤੇ ਬੈਠ ਜਾਂਦੇ ਨੇ, ਬੈਠਣ ਨੂੰ ਕਿਸੇ ਦਾ ਜੀ ਨਹੀਂ ਕਰਦਾ। ਆਪਦੇ ਘਰਾਂ ਦੇ ਕੰਮਾਂ ਧੰਦੇ ਦੇ ਇੰਨੇ ਰੰਝਾਵੇ ਨੇ ਕਿ ਕਿਸੇ ਨੂੰ ਪਲ ਭਰ ਦੀ ਵੀ ਵੇਲ ਨਹੀਂ ਹੈਗੀ। ਅਸੀਂ ਆਉਂਦੇ ਤਾਂ ਕਿਉਂਕਿ ਇਹਨਾਂ ਸਰਕਾਰਾਂ ਨੇ ਸਾਨੂੰ ਬੜਾ ਤੰਗ ਕੀਤਾ ਹੋਇਆ। ਇਹ ਚੰਨੀ ਸਰਕਾਰ, ਚੰਨੀ ਜਿਹੜੇ ਥਾਂ ਨਾਰੇ ਲਿਖੇ ਪਏ ਨੇ ਕਿ ਜਿਹੜੀ ਘਰ ਘਰ ਚੱਲੇ ਗੱਲ, ਚੰਨੀ ਕਰਦਾ ਉਸ ਮਸਲੇ ਦਾ ਹੱਲ। ਦੱਸੋ ਇਹ ਚੰਨੀ ਨੇ ਕੀ ਮਸਲਾ ਹੱਲ ਕੀਤਾ? ਮੈਂ ਪੁੱਛਣਾ ਚਾਹੁੰਦੀ ਹਾਂ ਚੰਨੀ ਨੂੰ ਕਿ ਤੂੰ ਕਿਹੜਾ ਮਸਲਾ ਹੱਲ ਕੀਤਾ? ਸਾਡੇ ਬੱਚੇ ਅੱਜ ਦਰ ਦੀਆਂ ਠੋਕਰਾਂ ਖਾਂਦੇ ਫਿਰਦੇ ਨੇ। ਸਾਡੇ ਬੇਰੁਜ਼ਗਾਰ ਬੱਚੇ ਜਿਹੜੇ ਤੁਸੀਂ ਬੇਈਮਾਨੋ ਕਹਿੰਦੇ ਸੀ ਕਿ ਘਰ ਘਰ ਨੌਕਰੀ ਦੇਵਾਂਗੇ, ਅੱਜ ਠੋਕਰਾਂ ਖਾਂਦੇ ਫਿਰਦੇ ਨੇ। ਜਿੱਥੇ ਕਿਤੇ ਆਪਦਾ ਹੱਕ ਮੰਗਣ ਜਾਂਦੇ ਨੇ ਤਾਂ ਇਹਨਾਂ ਦੇ ਮੁਲਾਜ਼ਮ ਉਹਨਾਂ ਨੂੰ ਬੁਰੀ ਤਰ੍ਹਾਂ ਡੰਡਿਆਂ ਨਾਲ ਕੁੱਟਦੇ ਨੇ। ਇੱਥੋਂ ਤੱਕ ਕਿ ਕੁੜੀਆਂ ਦੇ ਕੱਪੜੇ ਵੀ ਪਾੜੇ ਜਾਂਦੇ ਨੇ। ਉਹ ਭੁੱਲ ਜਾਂਦੇ ਨੇ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਕਰਨਾਲ ਦੇ ਵਿੱਚ SDM ਨੂੰ ਨੌਕਰੀ ਤੋਂ ਲਹਾਇਆ ਸੀ। ਉਹਨੂੰ ਅਸਤੀਫਾ ਦੇਣਾ ਪਿਆ। ਇਹ ਵੀਰ ਵੀ ਭੁੱਲ ਗਏ ਜਿਨੇ ਸਾਡੀਆਂ ਕੁੜੀਆਂ ਕੁੱਟੀਆਂ ਉੱਤੇ ਬੱਸ ਦੇ ਵਿੱਚ ਬੈਠੀਆਂ ਦੇ ਇੱਕ ਭੈਣ ਦੀ ਸਾਥੀ ਤੇ ਡੰਡੇ ਮਾਰੇ। ਇੰਨਾ ਜ਼ੁਲਮ ਕਰਦੇ ਨੇ। ਹਜੇ ਇਹ ਕੀ ਭਾਲਦੇ ਨੇ ਕਿ ਅਸੀਂ ਫੇਰ ਇਹਨਾਂ ਨੂੰ ਵੋਟਾਂ ਪਾਵਾਂਗੇ। ਭੁੱਲ ਜਾਣੇ ਇਹ ਹੁਣ ਸਮਝ ਲੈ ਚੰਨੀ ਵੀ ਤੇ ਹੋਰ ਵੀ ਅਸੀਂ ਇਹਨਾਂ ਦਾ ਪਿੱਛਾ ਕਰਾਂਗੇ। ਅਸੀਂ ਇਹਨਾਂ ਨੂੰ ਪੰਜਾਬ ਦੇ ਵਿੱਚ ਕਿਤੇ ਵੀ ਆਉਣ ਨਹੀਂ ਦੇਵਾਂਗੇ। ਅੱਜ ਦੇਖਿਆ ਜਾਵੇ ਪਹਿਲਾਂ ਇਹ ਬੱਚਿਆਂ ਨੂੰ, ਸਾਡੇ ਬੱਚੇ ਤਾਂ ਪਹਿਲੇ ਹੀ ਬੇਰੁਜ਼ਗਾਰ ਨੇ। ਇਹਨਾਂ ਨੇ ETT ਦੀਆਂ ਪੋਸਟਾਂ ਕੱਢੀਆਂ, ਹਜ਼ਾਰ ਰੁਪਇਆ ਸਾਡੇ ਬੱਚਿਆਂ ਤੋਂ ਭਰਵਾਇਆ, ਫਿਰ ਇਹ ਭਰਤੀ ਕੈਂਸਲ ਕਰ ਦਿੰਦੇ ਨੇ। NTT ਦੀਆਂ ਪੋਸਟਾਂ ਆਈਆਂ, ਉੱਥੇ ਵੀ ਸਾਡੇ ਬੱਚਿਆਂ ਨੇ ਹਜ਼ਾਰ ਰੁਪਇਆ ਭਰਿਆ। ਅੱਜ ਸਾਡਾ ਸੰਘਰਸ਼ ਵਿੱਢਿਆ ਜੋ ਅਸੀਂ ਆਸ਼ਾ ਵਰਕਰਾਂ ਭੈਣਾਂ ਦੇ ਨਾਲ ਮੋਢਾ ਜੋੜ ਕੇ ਖੜੇ ਆ। ਜੇ ਕਿਤੇ ਵੀ ਸਾਡੇ ਕੋਈ ਵੀ ਬੱਚੇ ਹੱਕ ਮੰਗਣ ਜਾਂਦੇ ਨੇ ਤਾਂ ਇਹ ਗੰਦੀਆਂ ਸਰਕਾਰਾਂ ਵੱਲੋਂ ਕਿਤੇ ਪਾਣੀ ਦੀਆਂ ਵਿਛਾੜਾਂ ਮਾਰੀਆਂ ਜਾਂਦੀਆਂ ਨੇ, ਕਿਤੇ ਇਹਨਾਂ ਤੇ ਲਾਠੀ ਚਾਰਜ ਕਰੇ ਜਾਂਦੇ ਨੇ। ਇਹ ਸਰਕਾਰਾਂ ਸਮਝ ਲੈਣ, ਸਾਡੀਆਂ ਵੋਟਾਂ ਪਾ ਕੇ ਚੁਣੀਆਂ ਸਰਕਾਰਾਂ ਅੱਜ ਸਾਡੇ ਬੱਚਿਆਂ ਤੇ ਕੀ ਜ਼ੁਲਮ ਕਰ ਰਹੀਆਂ ਨੇ। ਇਹ ਜ਼ੁਲਮ ਅਸੀਂ ਨਹੀਂ ਚੱਲਣ
ਇਸ ਤੋਂ ਪਹਿਲਾਂ ਗੱਲ ਕਰੀਏ ਵੀ ਇਸ ਤੋਂ ਕਿਹਦੇ ਨਾਲ ਮੀਟਿੰਗ ਹੋਈ ਸੀ, ਕਦੋਂ ਹੋਈ ਸੀ, ਉਸ ਮੀਟਿੰਗ ਦਾ ਸਿੱਟਾ ਕੀ ਨਿਕਲਿਆ ਸੀ? ਹਾਂਜੀ, ਮੀਟਿੰਗ ਹੋ ਚੁੱਕੀ ਹੈ ਸਾਡੀ 10 ਤਰੀਕ ਨੂੰ, ਤੇ ਉਸ ਵਿੱਚ ਇਹਨਾਂ ਨੇ ਭਰੋਸਾ ਦਿਵਾਇਆ ਸੀ ਕਿ ਤੁਹਾਡਾ ਨੋਟੀਫਿਕੇਸ਼ਨ ਜਿਹੜਾ ਅਸੀਂ 110% ਮੰਗਲਵਾਰ ਤੱਕ ਕਰ ਦਾਂਗੇ ਜੀ। ਪਰ ਹਜੇ ਤੱਕ ਕੋਈ ਉਮੀਦ ਤਾਂ ਹੈ ਨਹੀਂ, ਤਾਂ ਕੀਤਾ ਤਾਂ ਹੈ ਨਹੀਂਗਾ। ਜਿੰਨਾ ਚਿਰ ਸਾਡਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਸਾਡਾ ਸੰਘਰਸ਼ ਇਦਾਂ ਹੀ ਜਾਰੀ ਰੱਖਾਂਗੇ ਅਸੀਂ। ਜਿੰਨਾ ਚਿਰ ਨੋਟੀਫਿਕੇਸ਼ਨ ਨਹੀਂ ਹੁੰਦਾ, ਅਸੀਂ ਉੱਠਣ ਦਾ ਨਾਮ ਹੀ ਨਹੀਂ ਲਵਾਂਗੇ। ਸਾਰੇ ਜਥੇਬੰਦੀਆਂ ਅਸੀਂ ਇਦਾਂ ਹੀ ਧਰਨੇ ਲਾਵਾਂਗੇ। ਇਸ ਸੰਘਰਸ਼ ਨੂੰ ਪੂਰਾ ਤਿੱਖਾ ਕਰਾਂਗੇ ਜਿੰਨਾ ਚਿਰ ਸਾਡਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਜਿਹਦੇ ਵਿੱਚ ਕਿ ਸਭ ਤੋਂ ਸਾਡੀ ਪਹਿਲੀ ਮੰਗ ਸੀ ਕਿ ਹਰਿਆਣਾ ਪੈਟਰਨ ਕੀਤਾ ਜਾਵੇ, ਤੇ ਦੂਸਰੀ ਮੰਗ ਸੀ ਸਾਡੀ ਹਾਜ਼ਰੀ ਯਕੀਨੀ ਬਣਾਵੇ, ਤੀਸਰੀ ਮੰਗ ਸੀ ਸਾਡਾ DC ਰੇਟ ਦਿੱਤਾ ਜਾਵੇ। ਇੱਕ ਹੋਰ ਸੀ ਕਿ ਵਾਰਡ ਅਟੈਂਡੈਂਟ ਦੀਆਂ ਪੋਸਟਾਂ ਕੱਢੀਆਂ ਸੀ ਸਰਕਾਰ ਨੇ, ਜਿਹਦੇ ਵਿੱਚ ਵੀ 10% ਕੋਟਾ ਸਾਡੀਆਂ ਆਸ਼ਾ ਵਰਕਰ ਤੇ ਫੈਸਿਲੀਟੇਟਰ ਭੈਣਾਂ ਨੂੰ ਦਿੱਤਾ ਜਾਵੇ, ਜਿਹੜੇ ਕਿ ਇਸ ਦੇ ਯੋਗ ਨੇ। ਤਜਰਬੇ ਦੇ ਅੰਕ ਉਹਨਾਂ ਦੇ ਜੋੜੇ ਜਾਣ। ਅਸੀਂ ਸਰਕਾਰ ਨੂੰ ਮੰਗ ਕਰਦੇ ਹਾਂ, ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਪੂਰੀ ਕਰਦੀ, ਸਾਡਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ, ਤਾਂ ਅਸੀਂ 2022 ਦੀਆਂ ਚੋਣਾਂ ਵਿੱਚ ਅਸੀਂ ਇਹਨਾਂ ਨੂੰ ਮੂੰਹ ਤੋੜਨਾ ਜਵਾਬ ਦੇਵਾਂਗੇ ਤੇ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਇਹਨਾਂ ਨੂੰ ਵੋਟਾਂ ਨਾਲ ਪਾਓ। ਇਹ ਸਿਰਫ ਲਾਰੇ ਲਾਉਣ ਵਾਲੀ ਸਰਕਾਰ ਆ। ਅੱਗੇ ਤਾਂ ਕਹਿੰਦੇ ਸੀ ਚੰਨੀ ਦੀ ਸਰਕਾਰ ਆ ਕੇ ਘਰ ਘਰ ਜਾ ਕੇ ਮਸਲੇ ਹੱਲ ਕਰਦੀ ਆ, ਹੁਣ ਤਾਂ ਕਹਿੰਦੇ ਘਰ ਘਰ ਚੱਲੀ ਚੰਨੀ ਦੀ ਗੱਲ, ਡਾਂਗਾ ਨਾ ਕਰਦੀ ਮਸਲੇ ਹੱਲ। ਜਿਹੜਾ ਕਿ 10 ਤਰੀਕ ਨੂੰ ਸਾਨੂੰ CM ਦੀ ਰੈਲੀ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਕਿ ਬੇਰੋਜ਼ਗਾਰ ਅਧਿਆਪਕਾਂ ਨੂੰ ਇੰਨਾ ਕੁ ਲਾਠੀ ਚਾਰਜ ਕੀਤਾ ਗਿਆ। ਗੁਰਮੀਤ ਸਿੰਘ ਜਿਹੜਾ ਕਿ DSP ਦਾ ਰੈਂਕ ਦਾ ਤੇ CM ਦੀ ਸਿਕਿਉਰਿਟੀ 'ਚ ਆ, ਅਸੀਂ ਉਹਦੇ ਖਿਲਾਫ ਵੀ ਧਰਨੇ ਲਾ ਚੁੱਕੇ ਹਾਂ ਕਿ ਉਸ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ, ਕਿਉਂਕਿ ਬੇਰੁਜ਼ਗਾਰ ਅਧਿਆਪਕ ਦੇਖ ਲਓ ਟੈਟ ਕਲੀਅਰ ਨੇਗੇ, ਦੇਖ ਲਓ ਸਿਰਫ ਆਪਦਾ ਹੱਕ ਮੰਗਣ ਗਏ ਸੀ। ਇਹਨਾਂ ਨੇ ਹੱਕ ਵੀ ਰੱਖਣ ਦਾ ਇਹਨਾਂ ਨੂੰ 2 ਮਿੰਟ ਟਾਈਮ ਨਹੀਂ ਉੱਥੇ ਦਿੱਤਾ ਗਿਆ, ਇਹਨਾਂ ਤੇ ਲਾਠੀ ਚਾਰਜ ਕੀਤਾ। ਸਾਡੀ ਪੂਰਨ ਜਥੇਬੰਦੀ ਉਹਨਾਂ ਦਾ ਸਹਿਯੋਗ ਦੇਊਗੀ ਤੇ ਮੋਢੇ ਨਾਲ ਮੋਢਾ ਜੋੜ ਕੇ ਖੜੂਗੀ। ਪਰ ਸਰਕਾਰ ਨੂੰ ਅਸੀਂ ਦੱਸ ਚਾਹੁੰਦੇ ਹਾਂ ਵੀ ਸਾਡੀਆਂ ਭੈਣਾਂ ਜਾਗ ਚੁੱਕੀਆਂ ਨੇ, ਸਾਡਾ ਨੋਟੀਫਿਕੇਸ਼ਨ ਜਾਰੀ ਕਰ ਦਿਓ, ਨਹੀਂ ਤਾਂ ਤੁਹਾਨੂੰ 2022 ਦੀਆਂ ਚੋਣਾਂ ਵਿੱਚ ਅਸੀਂ ਮੂੰਹ ਤੋੜਨਾ ਜਵਾਬ ਦੇਵਾਂਗੇ ਜੀ। ਇਹ ਸੰਘਰਸ਼ ਇਹਨਾਂ ਮੰਗਾਂ ਨੂੰ ਲੈ ਕੇ ਕਿੰਨੇ ਸਾਲ ਤੋਂ ਲਟਕਦਾ ਆ ਰਿਹਾ ਹੈ? ਸਰ ਸਾਨੂੰ ਪੂਰੇ 15 ਸਾਲ ਹੋ ਚੁੱਕਿਆ ਜੀ ਇਸ ਮਹਿਕਮੇ 'ਚ। ਪੂਰੇ 15 ਸਾਲ ਅਸੀਂ ਸੰਘਰਸ਼ ਕਰ ਰਹੇ ਹਾਂ। ਦੇਖੋ ਇੱਕ ਇਹ ਹਰਿਆਣਾ ਪੈਟਰਨ ਜਿਹੜਾ ਕਿ 6000 ਸਾਡਾ ਗਵਾਂਢੀ ਸੂਬਾ ਦੇ ਰਿਹਾ, ਇਹਨਾਂ ਕੋਲੇ 6000 ਵੀ ਦੇਣ ਨੂੰ ਨਹੀਂ ਹੈਗਾ। DC ਰੇਟ ਅੱਜ 417 ਰੁਪਏ ਦਿਹਾੜੀ ਚੱਲਦੀ ਆ। ਉਹ ਵੀ ਕਹਿਣਗੇ ਸਾਡੇ ਕੋਲ ਹੈ ਨਹੀਂ, ਸਾਡੇ ਖਜ਼ਾਨੇ ਤੇ ਬੋਝ ਪੈਂਦਾ। ਵੀ ਸਾਡਾ ਜਨਤਾ ਦਾ ਹੀ ਪੈਸਾ ਤੁਸੀਂ ਸਾਨੂੰ ਲੋਕਾਂ ਨੂੰ ਦਿਓ, ਕਿਉਂਕਿ ਸਾਡਾ ਕੋਈ ਮਕਸਦ ਤਾਂ ਹੈ ਨਹੀਂ ਵੀ ਥਾਂ ਥਾਂ ਧਰਨੇ ਲਾਈਏ, ਪਰ ਸਾਨੂੰ ਸਰਕਾਰ ਨੇ ਮਜਬੂਰ ਕਰਤਾ। ਹੁਣ ਜਿੰਨਾ ਚਿਰ ਸਰਕਾਰ ਸਾਡੇ ਹੱਕ ਨਹੀਂ ਦਿੰਦੀ, ਅਸੀਂ ਇਸ ਸੰਘਰਸ਼ ਨੂੰ ਇੰਨਾ ਹੀ ਤਿੱਖਾ ਰੱਖਾਂਗੇ ਤੇ ਵਾਪਸ ਨਹੀਂ ਮੁੜਾਂਗੇ। ਆਪਦੇ ਹੱਕ, ਜਿਵੇਂ ਸਾਡੇ ਕਿਸਾਨ ਆਗੂ ਦਿੱਲੀ ਤੋਂ ਹੱਕ ਲੈ ਕੇ ਆਏ ਨਾ, ਉਸੇ ਤਰ੍ਹਾਂ ਅਸੀਂ ਵੀ ਆਪਦੇ ਹੱਕ ਲੈ ਕੇ ਹੀ ਵਾਪਸ ਮੁੜਾਂਗੇ। ਇਹਨਾਂ ਦਾ ਮਸਲਾ ਇਹ ਹੈ ਵੀ ਜਿਹੜਾ ਆਸ਼ਾ ਵਰਕਰ ਯੂਨੀਅਨ ਵੱਲੋਂ ਅੱਜ ਇਹ ਜਾਮ ਲਾਇਆ ਗਿਆ, ਅਸੀਂ ਇਹਨਾਂ ਦੀ ਪੂਰਨ ਹਮਾਇਤ ਦੇ ਉੱਤੇ ਕਿਸਾਨ ਜਥੇਬੰਦੀਆਂ ਵੱਲੋਂ ਆਏ ਹੋਏ ਹਾਂ, ਕਿਉਂਕਿ ਇਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਬਿਲਕੁਲ ਜਾਇਜ਼ ਨੇ। ਬਹੁਤ ਹੀ ਨਗੂਣੇ ਭੱਤਿਆਂ ਦੇ ਉੱਤੇ, ਬਹੁਤ ਹੀ ਘੱਟ ਸਹੂਲਤਾਂ ਤੇ ਇਹਨਾਂ ਤੋਂ ਕੰਮ ਕਰਵਾਇਆ ਜਾਂਦਾ ਹੈ। ਇਹਨਾਂ ਦੀ 10-10 15-15 ਸਾਲ ਦੀ ਸਰਵਿਸ ਹੋ ਗਈ, ਅਜੇ ਤੱਕ ਇਹਨਾਂ ਨੂੰ ਕੋਈ ਰੈਗੂਲੇਟ ਕਰਨ ਵਾਸਤੇ ਜਾਂ ਇਹਨਾਂ ਨੂੰ ਕੋਈ ਰਜਿਸਟਰਡ ਕਰਨ ਵਾਸਤੇ ਜਾਂ ਸਰਕਾਰ ਨੇ ਇਹਨਾਂ ਨੂੰ ਪੱਕੇ ਕਰਨ ਵਾਸਤੇ ਕੋਈ ਜਿਹੜਾ ਮਤਲਬ ਫੈਸਲਾ ਨਹੀਂ ਕੀਤਾ। ਬਾਰ-ਬਾਰ ਇਹਨਾਂ ਨਾਲ ਸਮਝੌਤੇ ਕੀਤੇ ਜਾਂਦੇ ਨੇ, ਬਾਰ-ਬਾਰ ਇਹਨਾਂ ਨਾਲ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ, ਪਰ ਇਹਨਾਂ ਦੀ ਸੁਣੀ ਬਿਲਕੁਲ ਨਹੀਂ ਜਾਂਦੀ। ਲਾਰਿਆਂ ਤੋਂ ਸਿਵਾਏ ਇਹਨਾਂ ਨੂੰ ਕੱਖ ਨਹੀਂ ਮਿਲ ਰਿਹਾ। ਇਹ ਬਹੁਤ ਹੀ ਮਾੜੀਆਂ ਕੰਮ ਹਾਲਤਾਂ ਦੇ ਵਿੱਚ ਕੰਮ ਕਰਦੇ ਨੇ। ਕਰੋਨਾ ਦੇ ਟਾਈਮ ਤੇ, ਕੋਵਿਡ ਦੇ ਟਾਈਮ ਤੇ ਬਹੁਤ ਹੀ ਇਹਨਾਂ ਨੇ ਰਿਸਕ ਲੈ ਕੇ ਆਪਣੀਆਂ ਡਿਊਟੀਆਂ ਕੀਤੀਆਂ ਨੇ, ਪਰ ਸਰਕਾਰ ਨੇ ਇਹਨਾਂ ਦੀਆਂ ਡਿਊਟੀਆਂ ਦਾ ਬਿਲਕੁਲ ਵੀ ਮੁੱਲ ਨਹੀਂ ਪਾਇਆ। ਪਿੰਡਾਂ ਦੇ ਵਿੱਚ ਸਾਨੂੰ ਪਤਾ ਹੈ ਵੀ ਜਦੋਂ 2-2 4-4 ਇਹ ਆਸ਼ਾ ਵਰਕਰ ਕੁੜੀਆਂ ਪਿੰਡਾਂ ਦੇ ਵਿੱਚ ਜਾ ਕੇ, ਘਰਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਫੈਸਿਲਿਟੀਆਂ ਦਿੰਦੀਆਂ ਰਹੀਆਂ, ਉਹਨਾਂ ਦੇ ਇਲਾਜ ਕਰਦੀਆਂ ਰਹੀਆਂ ਤੇ ਇਹਨਾਂ ਤੋਂ ਹਰ ਕੰਮ ਕਰਵਾਇਆ ਗਿਆ। ਪੋਲੀਓ ਤੋਂ ਲਾ ਕੇ ਉਦੋਂ ਬਾਅਦ ਕੋਵਿਡ ਦੀਆਂ ਦਵਾਈਆਂ ਤੱਕ, ਕੋਵਿਡ ਦੀਆਂ ਜਿੰਨੀਆਂ ਡਿਜ਼ਾਸਟਰ ਦੀਆਂ ਜਿੰਨੀਆਂ ਪਾਬੰਦੀਆਂ ਨੇ, ਉਹ ਸਾਰੀਆਂ ਇਹਨਾਂ ਰਾਹੀਂ ਲਾਗੂ ਕਰਵਾਈਆਂ ਗਈਆਂ ਸਰਕਾਰ ਦੇ ਵੱਲੋਂ। ਪਰ ਇਹਨਾਂ ਨੂੰ ਬਿਲਕੁਲ ਹੇਠਲੇ ਟੰਬੇ ਦੇ ਉੱਤੇ ਰੱਖਿਆ ਗਿਆ, ਬਿਲਕੁਲ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਪਰ ਅੱਜ ਜਿਹੜੀ ਚੰਨੀ ਸਰਕਾਰ ਹੈ, ਉਹਨਾਂ ਨੂੰ ਲਾਰਿਆਂ ਤੋਂ ਬਾਜ਼ ਆ ਕੇ ਇਹਨਾਂ ਦੀਆਂ ਮੰਗਾਂ ਤੇ ਗੌਰ ਕਰਨ ਦੀ ਲੋੜ ਬਣਦੀ ਹੈ ਤੇ ਤੁਰੰਤ ਜੇ ਉਹਨਾਂ ਨੇ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ, ਇਹਨਾਂ ਦੀਆਂ ਸਾਰੀਆਂ ਮੰਗਾਂ ਨੇ ਜਿਹੜੀਆਂ ਉਹ ਬਿਲਕੁਲ ਜਾਇਜ਼ ਨੇ। ਅਸੀਂ ਇਹਨਾਂ ਦਾ ਪੂਰਨ ਸਮਰਥਨ ਕਰਦੇ ਹਾਂ ਅਤੇ ਜਿਹੜਾ ਵੀ ਇਹ ਸੱਦਾ ਦੇਣਗੇ, ਕਿਸਾਨ ਜਥੇਬੰਦੀ BKU ਡਕਾਉਂਦਾ ਤੇ ਸੰਯੁਕਤ ਮੋਰਚਾ ਇਹਨਾਂ ਦੇ ਨਾਲ ਚਟਾਨ ਵਾਂਗ ਖੜੇਗਾ। ਅਤੇ ਚੰਨੀ ਸਰਕਾਰ ਨੂੰ ਅਸੀਂ ਇਹ ਬਕਾਇਦਾ ਤੌਰ ਤੇ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਇਹਨਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਦਿੱਤਾ ਜਾਵੇ, ਨਹੀਂ ਆਉਣ ਵਾਲੇ ਸਮੇਂ ਤੇ ਜਿਹੜਾ ਵੀ ਸੱਦਾ ਇਹ ਦੇਣਗੀਆਂ, ਪਿੰਡਾਂ ਦੇ ਲੋਕ, ਅਸੀਂ ਪਿੰਡਾਂ ਦੇ ਔਰਤਾਂ ਮਰਦ ਸਮੇਤ ਕਿਸਾਨ ਮਜ਼ਦੂਰ ਇਹਨਾਂ ਦੇ ਨਾਲ ਹਿੱਕ ਡਾ ਕੇ ਖੜਾਂਗੇ। ਇਹ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ। ਦੂਸਰੀ ਗੱਲ, ਅੱਜ ਜਿਹੜਾ ਰੰਗ ਦੇਖਣ ਨੂੰ ਮਿਲ ਰਿਹਾ, ਜਿਨ੍ਹਾਂ ਮਾਤਾਵਾਂ ਨੇ ਕਦੇ ਮੈਕ ਫੜ ਤੋਂ ਝਿਜਕਦੀਆਂ ਸੀ, ਸੰਯੁਕਤ ਕਿਸਾਨ ਮੋਰਚੇ ਜਿਹੜਾ ਰੰਗ ਹੈ ਉਹ ਦੇਖਣ ਨੂੰ ਮਿਲ ਰਿਹਾ, ਕੀ ਕਹੋਗੇ? ਹਾਂਜੀ, ਜਿਹੜੀਆਂ ਸਾਨੂੰ ਤਾਂ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਇਸ ਘੋਲ ਨੇ ਔਰਤਾਂ ਨੂੰ ਜਿੱਥੇ ਥਾਂ ਦਿੱਤਾ, ਉੱਥੇ ਔਰਤਾਂ ਨੂੰ ਉਹਨਾਂ ਨੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਵੀ ਹੋਏ ਨੇ। ਅੱਜ ਆਸ਼ਾ ਵਰਕਰ ਤੇ ਆਸ਼ਾ ਫੈਸਿਲਿਟੀ ਵਰਕਰਾਂ ਦਾ ਜੋ ਸਾਨੂੰ ਮੈਸੇਜ ਮਿਲਿਆ ਕਿ ਸਾਡੇ ਸਪੋਰਟ ਤੇ ਕਰੋ, ਇਹਨਾਂ ਦੀਆਂ ਗੱਲਾਂ ਸੁਣ ਕੇ ਸਾਨੂੰ ਲੱਗਿਆ ਕਿ ਮੰਗ ਹੀ ਬੜੀ ਛੋਟੀ ਹੈ। ਇਹਨਾਂ ਨੇ ਮੰਗ ਕੀਤੀ ਹੈ ਕਿ ਸਾਨੂੰ ਹਰਿਆਣਾ ਪੈਟਰਨ ਦੇ ਉੱਤੇ
ਹਰਿਆਣਾ ਜਿਹੜਾ ਉਹ ਮੰਗ ਮੰਨੀ ਜਾਵੇ। ਹਰਿਆਣਾ ਪੈਟਰਨ ਇਹਨਾਂ ਦੇ ਦੱਸਣ ਦੇ ਮੁਤਾਬਕ 6000 ਰੁਪਏ ਪ੍ਰਤੀ ਮਹੀਨਾ ਹੈ, ਜਿਹੜਾ ਡੀਸੀ ਰੇਟ ਤੋਂ ਥੱਲੇ ਹੈ। ਤੇ ਸਰਕਾਰ ਜੇ ਇਹ ਵੀ ਮੰਨਣ ਨੂੰ ਤਿਆਰ ਨਹੀਂ ਹੈਗੀ ਤਾਂ ਇਹਦਾ ਮਤਲਬ ਵੀ ਬੜਾ ਸਾਫ਼ ਹੈ ਕਿ ਸਰਕਾਰ ਵੋਟਾਂ ਲੈਣ ਵਾਸਤੇ ਤਾਂ ਕੁਝ ਵੀ ਕਹੇ, ਪਰ ਜਿਹੜੀਆਂ ਮਨੁੱਖਾਂ ਦੀਆਂ ਬੁਨਿਆਦੀ ਲੋੜਾਂ ਨੇ ਹਰੇਕ ਮਨੁੱਖ ਦੀਆਂ, ਉਹਨਾਂ ਤੋਂ ਇਹ ਪੱਲਾ ਝਾੜ ਚੁੱਕੀ ਹੈ। ਤੇ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਨੂੰ ਜੇ ਮੋਦੀ ਲਾਗੂ ਕਰਨਾ ਚਾਹੁੰਦਾ ਸੀ ਤਾਂ ਅੱਜ ਪੰਜਾਬ ਸਰਕਾਰ ਚਾਹੇ ਅਮਰਿੰਦਰ ਹੋਵੇ ਚਾਹੇ ਚੰਨੀ ਹੋਵੇ, ਕਰ ਇਹ ਉਹੀ ਨੀਤੀਆਂ ਨਿੱਜੀਕਰਨ ਦੀਆਂ ਨੀਤੀਆਂ ਨੇ। ਨਿੱਜੀਕਰਨ ਦੀਆਂ ਨੀਤੀਆਂ ਕਾਰਪੋਰੇਟ ਸੈਕਟਰ ਦੀਆਂ ਨੀਤੀਆਂ ਨੇ, ਜਿਹਦੇ ਵਿੱਚ ਮਨੁੱਖ ਦੀਆਂ ਬੁਨਿਆਦੀ ਲੋੜਾਂ ਦਾ ਕੋਈ ਸਵਾਲ ਨਹੀਂ ਰਹਿ ਜਾਂਦਾ। ਤੇ ਜਦੋਂ ਅੱਜ ਸੰਯੁਕਤ ਮੋਰਚੇ ਨੇ ਇਹ ਗੱਲ ਸਾਬਤ ਕਰਤੀ ਕਿ ਜੇ ਤੁਸੀਂ ਲੜਾਈ ਆਪਣੀਆਂ ਕੋਈ ਬੁਨਿਆਦੀ ਮੰਗਾਂ ਦੀ ਲੜਾਈ ਲੜਨੀ ਹੈ ਤਾਂ ਉਹ ਜਿੱਤ ਸਕਦੇ ਹੋ। ਇਸ ਕਰਕੇ ਅੱਜ ਭੈਣਾਂ ਦੇ ਵਿੱਚ ਵੀ ਹੌਸਲਾ ਆਇਆ। ਸਾਡੇ ਜਥੇਬੰਦੀਆਂ 2 ਇਹਦੇ ਵਿੱਚ ਅੱਜ ਸਪੋਰਟ ਤੇ ਨੇ। ਮੁੱਖ ਮੰਤਰੀ ਸਾਹਿਬ, ਸਿਹਤ ਮੰਤਰੀ ਸਾਹਿਬ, ਕਾਂਗਰਸ ਦੀ ਕੈਬਨਿਟ ਮੰਤਰੀ ਮੰਡਲ, ਕੱਲੀਆਂ ਆਸ਼ਾ ਵਰਕਰ ਨਹੀਂ, ਸਾਡੇ ਸਮਾਜ ਦਾ ਹਰ ਵਰਗ, ਚਾਹੇ ਉਹ ਬੇਰੁਜ਼ਗਾਰ ਅਧਿਆਪਕ ਹੋਣ, ਚਾਹੇ ਉਹ ਠੇਕੇ ਤੇ ਰੱਖੇ ਕਰਮਚਾਰੀ ਹੋਣ, ਸਾਰੇ ਲੋਕ ਅੱਜ ਸੜਕਾਂ ਤੇ ਨੇ। ਤੁਹਾਡੇ ਵੱਲੋਂ ਕੱਢੀਆਂ ਜਾਂਦੀਆਂ ਭਰਤੀਆਂ ਕੋਰਟਾਂ ਦੇ ਵਿੱਚ ਲਟਕ ਰਹੀਆਂ ਨੇ, ਉਹ ਤੁਹਾਡੇ ਨੋਟੀਫਿਕੇਸ਼ਨ ਗਲਤ ਸੀ ਤਾਂ ਲਟਕ ਰਹੀਆਂ ਨੇ। ਇਹ ਸੰਘਰਸ਼ ਕੱਲੇ ਆਸ਼ਾ ਵਰਕਰ ਜਾਂ ਫੈਸੀਲੇਟਰ ਦਾ ਨਹੀਂ ਰਿਹਾ। ਸਮਾਜ ਦੀਆਂ, ਸਾਡੇ ਦੇਸ਼ ਦੀਆਂ ਭਰਾਤਰੀ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚਾ ਦੇ ਆਗੂ ਇਹਨਾਂ ਨਾਲ ਜੁੜ ਚੁੱਕੇ ਨੇ। ਜੇ ਤੁਸੀਂ ਇਹ ਮੰਗਾਂ ਨਹੀਂ ਪੂਰੀਆਂ ਕਰਦੇ ਤਾਂ ਇਹ ਸੰਘਰਸ਼ ਹੋਰ ਸਿਖਰਾਂ ਵੱਲ ਜਾਏਗਾ। ਲੋਕ ਚੇਤਨ ਹੋ ਚੁੱਕੇ ਨੇ। ਸੋ ਬਣੇ ਰਹੋ ਸਿਰਲੇਖ ਦੇ ਨਾਲ। ਸੁੱਖੀ ਮੰਘਾਣੀਆਂ, ਵੀਡੀਓ ਜਰਨਲਿਸਟ ਲਵਪ੍ਰੀਤ।